हाँ जी प्यारे विद्यार्थियों, ਅੱਜ ਆਪਾਂ ਕਰਾਂਗੇ ਕਲਾਸ 8ਵੀਂ ਦਾ ਅਭਿਆਸ 5 ਵਰਗ ਅਤੇ ਵਰਗਮੂਲ। ਸਭ ਤੋਂ ਪਹਿਲਾਂ ਬੱਚਿਓ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਰਗ ਕੀ ਹੁੰਦਾ ਆ। ਵਰਗ ਕੀ ਹੁੰਦਾ ਬੱਚਿਓ, ਜਿਹਦੀਆਂ ਚਾਰੇ ਭੁਜਾਵਾਂ ਬਰਾਬਰ ਹੋਣ। ਜਿਵੇਂ ਆਪਾਂ ਇਹ ਡਰਾ ਕੀਤਾ ਆ ਵਰਗ, ਠੀਕ ਹੈ। ਵਰਗ ਕੀ ਹੈ, ਜਿਸ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਹਨ, ਠੀਕ ਹੈ। ਮੰਨ ਲਓ ਇਹ 4 ਸੈਂਟੀਮੀਟਰ ਆ ਤਾਂ ਇਹ ਵੀ 4 ਸੈਂਟੀਮੀਟਰ ਹੋਊਗਾ, ਹੈ ਨਾ। ਤਾਂ ਵਰਗ ਦਾ ਜਿਹੜਾ ਖੇਤਰਫਲ ਆ ਉਹ ਕਿੰਨਾ ਹੁੰਦਾ ਆ, ਭੁਜਾ ਗੁਣਾ ਭੁਜਾ। ਇਹ ਬੱਚੇ ਤੁਸੀਂ ਨਾਲ ਦੀ ਨਾਲ ਬੇਸਿਕ ਕਨਸੈਪਟ ਆ, ਨਾਲ ਦੀ ਨਾਲ ਹੀ ਤੁਸੀਂ ਲਿਖ ਲੈਣੇ ਆ, ਤਾਂ ਹੀ ਤੁਹਾਡਾ ਜਿਹੜਾ ਚੈਪਟਰ ਤੁਹਾਨੂੰ ਈਜ਼ੀਲੀ ਆ ਸਕਦਾ ਹੈ। ਐਗਜ਼ਾਮਪਲ ਜਿਵੇਂ ਆਪਾਂ ਲੈ ਲਈ 4 ਗੁਣਾ 4 ਕਿੰਨਾ ਹੁੰਦਾ ਆ, 16 ਹੋ ਗਿਆ, ਠੀਕ ਹੈ। ਤਾਂ ਵਰਗ ਦਾ ਜਿਹੜਾ ਖੇਤਰਫਲ ਆ ਉਹ ਕਿੰਨਾ ਹੋ ਗਿਆ, 16 ਹੋ ਗਿਆ। ਐਸੇ ਤਰ੍ਹਾਂ ਹੀ ਜਿਹੜੇ ਸੰਖਿਆ ਦਾ ਵਰਗ ਆ, ਕੋਈ ਵੀ ਸੰਖਿਆ ਬੱਚਿਓ, ਉਹਦਾ ਜਿਹੜਾ ਵਰਗ ਹੈ ਆਪਾਂ ਉਹਨੂੰ ਕਿਵੇਂ ਲਿਖਦੇ ਆ, 4 ਦੀ ਘਾਤ 2। ਇਹਨੂੰ ਆਪਾਂ ਐਵੇਂ ਵੀ ਲਿਖ ਸਕਦੇ ਆ, ਮੰਨ ਲਓ 2 ਸੰਖਿਆ 2 ਦੀ ਘਾਤ 2, ਹੈ ਨਾ। 8 ਸੰਖਿਆ ਮੰਨ ਲਓ ਆਪਣੇ ਕੋਲ, ਆਪਾਂ ਉਹਨੂੰ ਕਿਵੇਂ ਲਿਖ ਸਕਦੇ ਆ, 8 ਦੀ ਘਾਤ 2। ਤਾਂ ਇਹਦਾ ਮਤਲਬ ਕੀ ਹੁੰਦਾ ਹੈ ਕਿ 4 ਨੂੰ 2 ਵਾਰੀ ਗੁਣਾ ਕਰਨੀ ਹੈ, ਠੀਕ ਹੈ। ਜਿਵੇਂ 4 ਦਾ ਵਰਗ ਹੈ, ਆਪਾਂ 4 ਗੁਣਾ 4 16 ਕਰ ਲਈ। ਜੇ 2 ਦਾ ਵਰਗ ਸੀਗਾ ਤਾਂ 2 ਗੁਣਾ 2 ਕਿੰਨਾ ਕਰ ਲਿਆ ਆਪਾਂ ਨੇ, 4 ਕਰ ਲਿਆ। ਇਸ ਤਰ੍ਹਾਂ ਬੱਚਿਓ ਤੁਹਾਨੂੰ ਨਾ 1 ਤੋਂ ਲੈ ਕੇ 30 ਤੱਕ ਜਿਹੜੇ ਵਰਗ ਆ ਉਹ ਆਣੇ ਚਾਹੀਦੇ ਨੇ, ਠੀਕ ਹੈ ਨਾ। ਤਾਂ ਮੈਂ ਤੁਹਾਨੂੰ ਦੱਸ ਦਿੰਦੀ ਅੱਗੇ, ਆ ਦੇਖੋ ਮੈਂ ਲਿਖੇ ਹੋਏ ਆ ਪਹਿਲਾਂ ਹੀ। 1 ਦਾ ਵਰਗ ਹੈ ਨਾ, 1 ਨੂੰ 2 ਵਾਰੀ ਗੁਣਾ ਕਰੂੰਗੇ ਤਾਂ 1 ਆਊਗਾ। ਫਿਰ ਆਪਣੇ ਕੋਲ ਆ 2 ਦਾ ਵਰਗ, 2 ਨੂੰ ਆਪਾਂ 2 ਵਾਰੀ ਗੁਣਾ ਕਰੂੰਗੇ ਤਾਂ ਕੀ ਆਊਗਾ, 4। 2 ਦੂਣੀ 4। ਕਈ ਬੱਚੇ ਦੇਖੋ ਹੁਣ ਆ 3 ਦਾ ਵਰਗ ਆ, ਮਤਲਬ 3 ਗੁਣਾ 3 ਐਵੇਂ ਆਉਣਾ ਸੀ ਨਾ, 3 ਗੁਣਾ 3। ਤਾਂ 3 ਦਾ ਵਰਗ ਕਿੰਨਾ ਹੋ ਗਿਆ, 3 9, ਠੀਕ ਹੈ। ਕਈ ਬੱਚੇ ਕੀ ਕਰਦੇ ਨੇ, 3 ਦੂਣੀ 6। ਇਹ ਬਹੁਤ ਬੱਚੇ ਗਲਤੀ ਕਰਦੇ ਆ, ਸੋ ਇਹ ਗਲਤੀ ਤੁਸੀਂ ਨਹੀਂ ਕਰਨੀ ਬੱਚਿਓ। ਇਸ ਤਰ੍ਹਾਂ ਹੀ ਦੇਖੋ 5 ਦਾ ਵਰਗ ਕਿੰਨਾ ਆ, 4 ਦਾ ਵਰਗ ਹੈ 16, ਚੌਕਮ ਚੌਕੀ 16। 5 ਦਾ ਵਰਗ ਹੈ 25। ਕਈ ਬੱਚੇ ਕੀ ਕਰਦੇ ਆ, 5 ਦੇ ਵਰਗ ਨੂੰ ਕੀ ਲਿਖਦੇ ਨੇ, 5 ਦੂਣੀ 10। ਇਹ ਨਹੀਂ ਲਿਖਣਾ ਬੱਚਿਓ, 5 ਨੂੰ 2 ਵਾਰੀ ਗੁਣਾ ਕਰਨੇ, ਯਾਨੀ ਕਿ 5 ਗੁਣਾ 5। ਐਵੇਂ ਦੇਖੋ ਬੱਚੇ ਆਪਣੇ ਕੋਲ 6 ਦਾ ਵਰਗ ਕਿੰਨਾ ਹੈ, 36। 7 ਦਾ ਵਰਗ 49। 8 ਦਾ ਵਰਗ 64। 9 ਦਾ ਵਰਗ 81। 10 ਦਾ ਵਰਗ ਕਿੰਨਾ ਆਪਣੇ ਕੋਲ, 100। ਯਾਨੀ ਕਿ 10 ਨੂੰ 2 ਵਾਰੀ ਗੁਣਾ ਕਰੋਗੇ ਤਾਂ ਆਪਣੇ ਕੋਲ ਕੀ ਆ ਜਾਊਗਾ, 100 ਆ ਜਾਊਗਾ। ਐਸੇ ਤਰ੍ਹਾਂ ਹੀ ਇਹ 11 ਦਾ ਵਰਗ, 11 ਨੂੰ 2 ਵਾਰੀ ਗੁਣਾ ਕਰੋਗੇ ਕੀ ਆ ਜਾਊਗਾ, 12 ਨੂੰ 2 ਵਾਰੀ ਗੁਣਾ ਕਰੋਗੇ ਤਾਂ 12 ਗੁਣਾ 12 ਆਪਣੇ ਕੋਲ ਆ ਗਿਆ 144। 13 ਦਾ ਵਰਗ ਯਾਨੀ ਕਿ 13 ਗੁਣਾ 13 ਆ ਗਿਆ 169। 14 ਦਾ ਵਰਗ ਆਪਣੇ ਕੋਲ 196 ਹੈ। 15 ਦਾ ਵਰਗ 225। 16 ਦਾ ਵਰਗ 256। 17 ਦਾ ਵਰਗ 299। 18 ਦਾ ਵਰਗ 324। 19 ਦਾ ਵਰਗ 361। 20 ਦਾ ਵਰਗ ਆਪਣੇ ਕੋਲ ਆ ਗਿਆ 400। ਐਸੇ ਤਰ੍ਹਾਂ ਹੀ ਆਪਣੇ ਕੋਲ ਅੱਗੇ ਹੈ 21 ਦਾ ਵਰਗ 441, ਠੀਕ ਹੈ। ਇਸ ਤਰ੍ਹਾਂ ਹੀ 22 ਦਾ ਵਰਗ 484। 23 ਦਾ ਵਰਗ 529। 24 ਦਾ ਵਰਗ 576। 25 ਦਾ ਵਰਗ ਕਿੰਨਾ ਹੈ, 625। 26 ਦਾ ਵਰਗ 676। 27 ਦਾ ਵਰਗ 729। 28 ਦਾ ਵਰਗ 784। 29 ਦਾ ਵਰਗ 841 ਤੇ 30 ਦਾ ਵਰਗ ਕਿੰਨਾ ਆ ਗਿਆ, 900। ਠੀਕ ਹੈ। ਇਹ ਆਪਾਂ ਨੇ ਡਬਲ ਵਾਰੀ ਮਲਟੀਪਲਾਈ ਕਰਨਾ। ਜਿਵੇਂ 21 ਦਾ ਵਰਗ ਹੈ ਤਾਂ 21 ਨੂੰ 21 ਦੇ ਨਾਲ ਗੁਣਾ ਕਰਨ ਤੇ ਆਪਣੇ ਕੋਲ ਇਹ 441 ਹੈ ਜਿਹੜਾ ਉਹ ਉੱਤਰ ਆਏਗਾ। ਇਸ ਤਰ੍ਹਾਂ ਹੀ ਦੇਖੋ ਬੱਚਿਓ, ਇੱਕ ਇਹਦੇ ਵਿੱਚ ਬੜੀ ਰੌਚਕ ਗੱਲ ਹੈਗੀ ਆ। ਦੇਖੋ ਆ 1 ਹੈ, ਇੱਥੇ ਵੀ 1, ਇੱਥੇ ਵੀ 1, ਠੀਕ ਹੈ। 1 11 21 ਦਾ ਵਰਗ ਕੀਤਾ ਤਾਂ ਆਪਣੇ ਕੋਲ 1 4 9 6 5 6 9 4 1। ਇਸ ਤਰ੍ਹਾਂ ਵੀ ਕਰ ਸਕਦੇ ਹਾਂ। ਦੇਖੋ 1, ਇੱਥੇ ਵੀ 1, 4 4 9 9 6 6 ਆ ਸੈਂਟਰ 'ਚ ਆ ਗਿਆ 5। ਇਸ ਤਰ੍ਹਾਂ ਹੀ ਆ ਦੇਖ ਲਓ, ਆ 1 ਹੈ ਜਿਹੜਾ ਇਕਾਈ ਅੰਕ ਆ, ਇੱਥੇ ਵੀ 1 ਹੈ ਵਰਗ ਦਾ ਜਿਹੜਾ ਇਕਾਈ ਅੰਕ। ਇੱਥੇ 4 ਆ, ਇੱਥੇ ਵੀ 4 ਆ, ਇੱਥੇ 9 ਆ, ਇੱਥੇ ਵੀ 9 ਹੈ, ਇੱਥੇ 6 ਆ, ਇੱਥੇ ਵੀ 6 ਆ ਇਕਾਈ ਅੰਕ, ਇੱਥੇ ਆ 5 ਆ, ਠੀਕ ਹੈ ਨਾ। ਤਾਂ ਕਹਿਣ ਦਾ ਭਾਵ ਇਹ ਹੋਇਆ ਕਿ ਕੋਈ ਵੀ ਜਿਹੜੀ ਸੰਖਿਆ ਆ ਉਹਦੇ ਪਿੱਛੇ 1 4 9 6 5 ਜਾਂ 0 ਹੋਵੇ, ਠੀਕ ਹੈ ਨਾ, ਤਾਂ ਉਹ ਪੂਰਨ ਵਰਗ ਹੋਏਗੀ। ਤਾਂ ਅੱਗੇ ਮੈਂ ਆਪਾਂ ਦੇਖਦੇ ਹਾਂ। ਦੇਖੋ ਗੁਣ ਇਹਦੇ, ਸਭ ਤੋਂ ਜਿਹੜਾ ਪਹਿਲਾ ਗੁਣ ਹੈ ਪ੍ਰੋਪਰਟੀਜ਼, ਇਹ ਵਿੱਚ ਚੰਗੀ ਤਰ੍ਹਾਂ ਯਾਦ ਕਰ ਲਿਓ। ਸਾਰਾ ਜਿਹੜਾ ਚੈਪਟਰ ਦੇ ਹੱਲ ਆ ਨਾ ਉਹ ਇਸਾਂ ਦੇ ਆਲੇ ਦੁਆਲੇ ਹੀ ਹੈ ਜਿਹੜਾ ਉਹ ਘੁੰਮਦਾ ਆ। ਇਹਦੇ ਵਿੱਚ ਦੇਖੋ ਜਿਹੜਾ ਆਪਣੇ ਕੋਲ ਪਹਿਲਾ ਜਿਹੜਾ ਗੁਣ ਹੈ
वर्ग संख्या का इकाई अंक हमेशा 0 1 4 5 6 ਜਾਂ 9 ਹੁੰਦਾ है। मतलब वो पूर्ण वर्ग संख्या होएगी जिहदा इकाई अंक 0 1 4 5 6 ਜਾਂ 9 ਹੋਵੇ। ਇਹਦਾ ਭਾਵ ਇਹ ਹੈ ਕਿ जिस संख्या का इकाई अंक ਹੁਣ ਇੱਥੇ 0 ਆ, ठीक है, 0 ਤੋਂ ਬਾਅਦ 1 ਵੀ ਹੈਗਾ, 1 ਤੋਂ ਬਾਅਦ 2 नहीं हैगा, 2 ਆ ਆਪਾਂ ਲਿਖ ਲਿਆ, 3 नहीं हैगा, 3 भी ਆਪਾਂ ਲਿਖ ਲਿਆ, 4 5 ਇੱਥੇ ਆ, 6 ਵੀ ਇੱਥੇ ਆ, 7 ਆਪਾਂ ਲਿਖ ਲਿਆ, 8 ਲਿਖ ਲਿਆ, ਇੱਥੇ 9 ਹੈਗਾ, ठीक है। ਕਹਿਣ ਦਾ ਭਾਵ 2 3 7 8 ਹੋਵੇ ਇਕਾਈ ਅੰਕ ਕਿਸੇ ਵੀ ਸੰਖਿਆ ਦਾ, ਤਾਂ ਉਹ ਜਿਹੜੀ ਸੰਖਿਆ ਹੈ ਉਹ ਪੂਰਨ ਵਰਗ ਨਹੀਂ ਹੈ। ਇਹ ਧਿਆਨ 'ਚ ਰੱਖਣਾ। ਇਹ ਬੱਚੋ ਹੈਗਾ ਤੁਹਾਡਾ ਪਹਿਲਾ ਗੁਣ। ਕੀ ਕਹਿੰਦਾ ਪਹਿਲਾ ਗੁਣ ਕਿ ਜੇਕਰ ਕਿਸੇ ਸੰਖਿਆ ਦਾ ਇਕਾਈ ਅੰਕ 0 1 4 5 6 9 ਆ ਜਾਂ 9 ਆ ਤਾਂ ਉਹ ਪੂਰਨ ਵਰਗ ਹੈ। ਅਗਰ ਕਿਸੇ ਸੰਖਿਆ ਦੇ ਇਕਾਈ ਅੰਕ ਆ ਜਿਹੜਾ ਉਹਦੇ 2 3 7 8 ਹੋਵੇ ਤਾਂ ਉਹ ਪੂਰਨ ਵਰਗ ਨਹੀਂ ਹੁੰਦਾ। ਇਹ ਧਿਆਨ ਜ਼ਰੂਰ ਰੱਖਣਾ ਬੱਚਿਓ ਤੁਸੀਂ। ਅੱਗੇ ਬੱਚਿਓ ਪ੍ਰੋਪਰਟੀ ਦੂਜੀ ਜਿਹੜੀ ਗੁਣ ਦੂਜਾ ਕਿਹੜਾ ਹੈ? ਕਿਸੇ ਵਰਗ ਦੇ ਅੰਤ ਵਿੱਚ ਸਿਫਰਾਂ ਦੀ ਗਿਣਤੀ ਹਮੇਸ਼ਾ ਜਿਸਤ ਹੋਵੇਗੀ। ਜਿਸਤ ਕੀ ਹੁੰਦਾ ਬੱਚੇ? ਈਵਨ ਨੰਬਰ। ਕੀ ਹੁੰਦਾ ਆ? ਈਵਨ ਨੰਬਰ। ਈਵਨ ਨੂੰ ਆਪਾਂ ਕੀ ਕਹਿ ਦਿੰਦੇ ਆ? ਜਿਸਤ, ਹੈ ਨਾ। ਜਿਸਤ ਤੋਂ ਭਾਵ ਕਿ ਜਿਹੜਾ 2 ਤੇ डिवाइड हो सके, ठीक है ना। अगर किसके भी किसी वर्ग के अंत विच सिफरां दी गिणती जिसत रूप विच होवेगी, कहण दा भाव कि जिहड़ी 2 ते डिवाइड होवे, जिवें 2 सिफरां होण या 4 होण, हाँ, या 6 होवे, 8 होवे, 10 होवे, तां ओह हमेशा वर्ग होवेगी। जिवें देखो 100 200 400 अपने कोल एग्जाम्पल अपने कोल मान लो ये आ, तां इहदे पिछे देखो सिफरां दी गिणती किन्नी है? 1 2 2 जिसत आ, इत्थे भी 2 आ, इत्थे भी 2 आ, है ना। कई बार ये भी हो सकता है कि इत्थे 4 होवे, है ना, तो 4 आ जिहड़ा वो भी जिसत संख्या आ, तो वह पूर्ण वर्ग संख्या होएगी, ठीक है। ये अपना सीगा दूजा गुण। ये पहली प्रॉपर्टी है, ये दूजी प्रॉपर्टी है अपने कोल। हाँ जी, एक तो आपां गल कीती सी बच्चे भी जे जिसत संख्या के रूप विच आ अखीर दे विच वो वर्ग पूर्ण वर्ग होवेगा, परंतु जे किसी संख्या के अखीर ते सिफरां की गिणती टांक के रूप विच है तां वो पूर्ण वर्ग नहीं होवेगी। ये चीज़ ध्यान च रखनी है। जिवें फॉर एग्जाम्पल अपने कोल 8000 है, ठीक है, तां 3 की है टांक संख्या, तां ये पूर्ण वर्ग नहीं होवेगा, ठीक है बच्चों। तां मैं तुहानूं ये दस ही दिता जिसत के बारे। अगर जिसत संख्या के रूप विच है जिवें 2 4 6 8 जीरो आए पिछे है ना सिफरां, तां वो पूर्ण वर्ग संख्या होवेगी, ठीक है। हुण तीजी जिहड़ी प्रॉपर्टी आ वो है बच्चों अपने कोल थोड़ा जिहा मैं इहनूं उप्पर नूं कर दिंदी आ। ये ध्यान च रखना बच्चों सारिਆਂ ने, नाल दी नाल तुसीं नोट जरूर करी जाओ वीडियो नूं पॉज करके। तीजा जिहड़ा अपने कोल प्रॉपर्टी है, तीजा गुण है, जिसत संख्या का वर्ग हमेशा जिसत संख्या हुंदी है। फॉर एग्जाम्पल 2 जिसत संख्या है, इहदा जिहड़ा वर्ग आ 2 दूनी 4, ये भी जिसत होगा। एवं 4 अपने कोल की है जिसत संख्या, ਇਹਦਾ वर्ग है ਜਿਹੜਾ ਉਹ 8 है, 4 गुणा 4 8, तो ये भी जिसत है, ठीक है। जिसत मतलब ईवन नंबर ही होवेगा। इस तरह 6 का वर्ग 6 गुणा 6 कितना हो गया? 36, है ना। तो ये भी जिसत संख्या होगी। तो जी टांक संख्या है अपने को चौथा गुण ये आ बिल्कुल ये उल्ट, टांक संख्या का वर्ग हमेशा टांक संख्या ही होंगी है। हुण टांक संख्या अपने को देखो 3 आ, 3 का वर्ग कितना आ गया? 9 आ गया। ये भी टांक संख्या है, ये भी टांक संख्या होगी, ठीक है ना। 7 का वर्ग कितना? 49, 7 भी टांक संख्या है। तो जेड़ा उहदे वर्ग का संख्या आई आ वो भी टांक संख्या है, ठीक है बच्चों। ये जरूर तुसीं ध्यान च रखना। एक होर चीज़, जेकर किसी वर्ग का इकाई अंक 2 नाल भाग हुंदा है तां वो जिसत संख्या हुंदी है, पर जेकर वर्ग का इकाई अंक 2 ते भाग नहीं हुंदा हैगा तां वो टांक संख्या हुंदी है। कई बच्चे इन्हां विच कन्फ्यूज हो जाते हैं कि जिसत संख्या किहड़ी है, टांक संख्या किहड़ी है। तो तुसीं इत्थों आ चीज़ नोट कर लिओ, इत्थों तुसीं पहचान कर सकते हो कि किहड़ी जिसत संख्या है, किहड़ी टांक संख्या है। जिहड़ी जिसत संख्या है उहनूं आपां ईवन नंबर कहंदे आ बच्चों,
ਤਾਂ ਸੰਖਿਆ ਨੂੰ ਆਪਾਂ ਕੀ ਕਹਿ ਦਿੰਦੇ ਆ, ऑड नंबर। ठीक है बच्चों। ਅੱਗੇ ਬੱਚਿਓ ਆਪਣੇ ਕੋਲ ਆ ਪ੍ਰੋਪਰਟੀ ਨੰਬਰ 5, ਸੰਖਿਆ ਦੇ ਵਰਗ ਵਿੱਚ ਇਕਾਈ ਦੇ ਸਥਾਨ ਦਾ ਅੰਕ। ਠੀਕ ਹੈ, ਕੋਈ ਵੀ ਸੰਖਿਆ ਆਪਣੇ ਕੋਲ ਤਾਂ ਉਹਦਾ ਜਿਹੜਾ ਵਰਗ ਹੋਏਗਾ ਉਹਦੇ ਵਿੱਚ ਇਕਾਈ ਦਾ ਸਥਾਨ ਦਾ ਅੰਕ ਕੀ ਹੋਊਗਾ। ਇਹਦੇ ਲਈ ਤੁਸੀਂ ਇੱਕ ਚੀਜ਼ ਆ ਯਾਦ ਵੀ ਰੱਖ ਸਕਦੇ ਹੋ ਬੱਚਿਓ। ਆਪਾਂ ਇੱਧਰ ਆ ਸੰਖਿਆ ਹੈ, ਸੰਖਿਆ ਜਿਵੇਂ 1 2 3 4 5 6 7 8 ਤੇ 9, 1 ਜਾਂ 9 ਹੋਵੇ ਸੰਖਿਆ, 1 ਜਾਂ 9 ਹੋਵੇ ਤਾਂ ਉਹਦਾ ਹਮੇਸ਼ਾ ਹੀ ਸੰਖਿਆ ਦਾ ਜਿਹੜਾ ਵਰਗ ਹੈ, ਜਿਵੇਂ 9 ਆ, 9 ਦਾ ਵਰਗ ਕਿੰਨਾ ਹੋ ਗਿਆ, ਦੇਖੋ 9 9 ਦਾ ਵਰਗ ਕਿੰਨਾ ਹੋ ਗਿਆ, 9 ਗੁਣਾ 9 ਕਿੰਨਾ ਹੋ ਗਿਆ, 81 ਹੋ ਗਿਆ ਨਾ। ਤਾਂ ਹਮੇਸ਼ਾ ਹੀ ਚਾਹੇ 1 ਹੋਵੇ ਸੰਖਿਆ ਜਾਂ 9 ਹੋਵੇ, ਉਹਦਾ ਜਿਹੜੇ ਵਰਗ ਹੈ ਉਹਦਾ ਇਕਾਈ ਅੰਕ, ਆ ਇਕਾਈ ਅੰਕ ਹੋ ਗਿਆ ਨਾ, ਇਕਾਈ ਦਹਾਈ ਇਸ ਤਰ੍ਹਾਂ ਹੁੰਦਾ ਹੈ, ਇਕਾਈ ਅੰਕ ਹਮੇਸ਼ਾ 1 ਹੋਵੇਗਾ। ਠੀਕ ਹੈ, 1 ਦਾ ਦੇਖ ਲਓ ਕਰਕੇ ਤੁਸੀਂ, 1 ਗੁਣਾ 1 ਤਾਂ ਬਰਾਬਰ 1 ਆ ਗਿਆ। ਇਸ ਤਰ੍ਹਾਂ ਹੀ ਦੇਖੋ 2 ਜਾਂ 8, ਇਹਦਾ ਜਿਹੜਾ ਵਰਗ ਹੋਏਗਾ, ਜਿਵੇਂ 2 ਦਾ ਵਰਗ ਲੈ ਲਓ, 2 ਦਾ ਵਰਗ ਕਿੰਨਾ ਹੋ ਗਿਆ, 4 ਹੋ ਗਿਆ। ਇਸ ਤਰ੍ਹਾਂ ਹੀ 8 ਦਾ ਵਰਗ ਲੈ ਲਓ, 8 ਦਾ ਵਰਗ ਕਿੰਨਾ ਹੋ ਗਿਆ, 64 ਹੋ ਗਿਆ। ਇਹਦਾ ਇਕਾਈ ਅੰਕ ਕਿੰਨਾ ਹੈ, ਆਹ 4। ਤਾਂ 2 ਤੇ 8 ਦੀਆਂ ਜਿਹੜੀਆਂ ਸੰਖਿਆਵਾਂ ਹੋਣ, ਠੀਕ ਹੈ, ਉਹਦਾ ਵੀ ਜਿਹੜਾ ਵਰਗ ਹੈ ਉਹ ਕਿੰਨਾ ਹੋਊਗਾ, 4 ਹੋਊਗਾ। ਇਸ ਤਰ੍ਹਾਂ ਇਕਾਈ ਦੇ ਸਥਾਨ ਤੇ ਜੇ 3 ਜਾਂ 7 ਹੋਵੇ, ਕੋਈ ਵੀ ਸੰਖਿਆ ਆ ਉਹਦਾ 3 ਜਾਂ 7 ਹੋਵੇ ਤਾਂ ਉਹਦਾ ਵਰਗ ਦੇ ਵਿੱਚ ਜਿਹੜਾ ਇਕਾਈ ਦਾ ਸਥਾਨ ਆ ਉਹ 9 ਹੋਊਗਾ। ਇਸ ਤਰ੍ਹਾਂ 4 ਤੇ 6 ਵਾਲੀਆਂ ਦੇ ਵਿੱਚ ਜਿਹੜੇ ਸੰਖਿਆ ਦੇ ਵਰਗ ਵਿੱਚ ਇਕਾਈ ਦਾ ਜਿਹੜਾ ਸਥਾਨ ਜਿਹੜਾ ਅੰਕ ਹੈ ਉਹ ਕੀ ਹੋਊਗਾ, 6 ਹੋਊਗਾ। 5 ਦੇ ਵਿੱਚ ਇਹ 5 ਹੀ ਹੋਵੇਗਾ। ਫਾਰ ਐਗਜ਼ਾਮਪਲ ਆਪਣੇ ਕੋਲ ਇਹ ਦਿੱਤੀ ਹੈ 4204, ਠੀਕ ਹੈ ਨਾ। ਤਾਂ ਇਹਦਾ ਜਿਹੜਾ ਇਕਾਈ ਅੰਕ ਆ ਉਹ ਕਿੰਨਾ ਹੋਊਗਾ, ਦੇਖੋ 4 ਆ ਆਪਣੇ ਕੋਲ ਐਂਡ ਤੇ, ਹੈ ਨਾ, ਇਕਾਈ ਅੰਕ 4 ਆ ਨਾ। 4 ਦਾ ਵਰਗ ਕਿੰਨਾ ਹੋ ਗਿਆ, 16 ਹੋ ਗਿਆ। ਸੋ ਪਿੱਛੇ ਕੀ ਹੈ ਇਹਦੇ, 6 ਆ ਨਾ ਇਕਾਈ ਦੇ ਸਥਾਨ ਤੇ। ਤਾਂ ਇਸ ਸੰਖਿਆ ਦਾ ਜਿਹੜਾ ਇਕਾਈ ਅੰਕ ਆ ਉਹ ਕਿੰਨਾ ਆ ਗਿਆ, 6 ਆ ਗਿਆ, ਹੈ ਨਾ। ਕੋਈ ਵੀ ਸੰਖਿਆ ਲੈ ਸਕਦੇ ਹੋ ਬੱਚੇ, ਜ਼ਰੂਰੀ ਨਹੀਂ ਮੈਂ ਇਹ ਲੱਤੀ ਹੈ, ਤੁਸੀਂ ਕੋਈ ਹੋਰ ਸੰਖਿਆ ਵੀ ਲੈ ਸਕਦੇ ਹੋ, ਜਿਵੇਂ 2 3 5 ਲੈ ਲਈ ਆਪਾਂ ਨੇ ਸੰਖਿਆ ਮੰਨ ਲਓ, ਠੀਕ ਹੈ। ਤਾਂ ਇਹਦੇ ਵਿੱਚ 5 ਹੈ, ਜਿਹੜਾ 5 ਦਾ ਵਰਗ ਕਿੰਨਾ ਹੋ ਗਿਆ, 5 5 25 ਹੋ ਗਿਆ ਨਾ। ਤਾਂ ਇਹਦਾ ਜਿਹੜਾ ਇਕਾਈ ਅੰਕ ਆ ਵਰਗ ਦਾ 5 ਆ ਗਿਆ। ਸਿਰਫ ਇਹਦਾ ਦੇਖਣਾ ਨਾ ਆਪਾਂ ਨੇ, ਤਾਂ ਇਹਦਾ ਜਿਹੜਾ ਇਕਾਈ ਅੰਕ ਕਿੰਨਾ ਹੋਊਗਾ, 5 ਆਏਗਾ। ਨੈਕਸਟ ਬੱਚੇ ਆਪਣੇ ਕੋਲ ਗੁਣ ਨੰਬਰ 6, ਠੀਕ ਹੈ। ਦੋ ਲਗਾਤਾਰ ਸੰਖਿਆਵਾਂ n ਅਤੇ n+1, ਮੰਨ ਲਓ n ਆ ਜਿਹੜਾ ਉਹ 3 ਤੇ n+1 ਕਿੰਨਾ ਹੋਊਗਾ, 3 ਜਮਾ 1 ਯਾਨੀ ਕਿ 4। ਇੱਕ ਲਗਾਤਾਰ ਸੰਖਿਆਵਾਂ ਹੋ ਗਈਆਂ ਨਾ 3 ਤੇ 4। ਇਹਨਾਂ ਦੇ ਜਿਹੜੇ ਵਰਗਾਂ ਦੇ ਵਿਚਕਾਰ 2n ਸੰਖਿਆਵਾਂ ਹੋਣਗੀਆਂ, ਠੀਕ ਹੈ। 2n ਮਤਲਬ 2 ਨੂੰ ਜਿੰਨੀ ਸੰਖਿਆ ਹੋਊਗੀ n, ਜੋ ਪੂਰਨ ਵਰਗ ਨਹੀਂ ਹਨ। ਇਹ ਆਪ ਹੀ ਦੱਸਦੇ ਆ ਨੇ, ਇਹ ਆਪਾਂ ਉਦਾਹਰਨ ਦੇ ਨਾਲ ਦੇਖੋ ਕਰਦੇ ਆ। ਮੰਨ ਲਓ 2 ਜਿਹੜੀਆਂ ਪੂਰਨ ਸੰਖਿਆਵਾਂ ਨੇ, ਇੱਕ n ਬਰਾਬਰ ਆਪਣੇ ਕੋਲ ਕਿੰਨਾ ਆ, 2, ਤਾਂ n ਜਮਾ 1 ਆਪਣੇ ਕੋਲ ਕਿੰਨਾ ਆ ਗਿਆ, 3 ਆ ਗਿਆ, ਹੈ ਨਾ। ਤਾਂ ਲਗਾਤਾਰ ਪੂਰਨ ਸੰਖਿਆਵਾਂ ਕਿਹੜੀਆਂ, ਸੰਖਿਆਵਾਂ ਜਿਹੜੀਆਂ 2 ਤੇ 3, ਇਹਨਾਂ ਦੇ ਵਿਚਕਾਰ ਜਿਹੜੀਆਂ ਸੰਖਿਆਵਾਂ ਹੈ ਉਹ ਕਿਵੇਂ ਪਤਾ ਕਰਾਂਗੇ। ਪਹਿਲਾਂ ਤਾਂ ਆਪਾਂ 2 ਦਾ ਵਰਗ ਲੈ ਲੈਣਾ। 2 ਦਾ ਵਰਗ ਕਿੰਨਾ ਆ ਗਿਆ, ਦੇਖੋ 4। ਫਿਰ ਆਪਾਂ 3 ਦਾ ਵਰਗ ਲਿੱਤਾ, 3 ਦਾ ਵਰਗ ਕਿੰਨਾ ਆ ਗਿਆ, 9, ਠੀਕ ਹੈ। ਤਾਂ 4 ਤੇ 9 ਇਹਦੇ ਵਿਚਕਾਰ ਕਿੰਨੀਆਂ ਸੰਖਿਆਵਾਂ ਨੇ, ਦੇਖੋ 5 6 7 8, 4 ਸੰਖਿਆਵਾਂ ਹੋ ਗਈਆਂ ਨਾ, ਠੀਕ ਹੈ ਬੱਚਿਓ। ਦੁਬਾਰਾ ਦੇਖ ਲਓ, ਆਪਾਂ ਨੇ ਮੰਨ ਲਓ ਲਗਾਤਾਰ 2 ਤੇ 3 ਦੇ ਵਿਚਕਾਰ ਦੀਆਂ ਸੰਖਿਆਵਾਂ ਜਿਹੜੀਆਂ ਉਹ ਪਤਾ ਕਰਨੀਆਂ ਨੇ। ਆਪਾਂ ਪਹਿਲਾਂ ਇਹਨਾਂ ਦਾ ਵਰਗ ਲੈ ਲਿਆ, 2 ਦਾ ਵਰਗ 4 ਆ ਗਿਆ, 3 ਦਾ ਵਰਗ ਆਪਣੇ ਕੋਲ ਆ ਗਿਆ 9। ਤਾਂ 4 ਤੇ 9 ਦੇ ਵਿਚਕਾਰ ਜਿਹੜੀਆਂ ਸੰਖਿਆਵਾਂ ਹੈ ਉਹ ਕਿੰਨੀਆਂ ਹੋਣਗੀਆਂ, ਦੇਖੋ 4 ਨੂੰ ਨਹੀਂ ਕਾਊਂਟ ਕਰਨਾ, 9 ਨੂੰ ਵੀ ਆਪਾਂ ਨੇ ਨਹੀਂ ਵਿੱਚ ਕਾਊਂਟ ਕਰਨਾ। ਤਾਂ ਕਿੰਨਾ ਆ ਗਿਆ 4 ਤੋਂ ਬਾਅਦ 5 6 7 8, ਕਿੰਨੀਆਂ ਸੰਖਿਆਵਾਂ ਹੋ ਗਈਆਂ, 1 2 3 4। ਇਸ ਤਰ੍ਹਾਂ ਵਿੱਚ ਦੇਖੋ ਮੰਨ ਲਓ ਆਪਣੇ ਕੋਲ n ਕੀ ਆ, 6 ਆ, ਠੀਕ ਹੈ। n ਜਮਾ 1 ਕਿੰਨਾ ਆ ਗਿਆ ਆਪਣੇ ਕੋਲ, 7 ਆ ਗਿਆ। ਤਾਂ 6 ਦਾ ਵਰਗ ਅਤੇ 7 ਦੇ ਵਰਗ ਦੇ ਵਿਚਕਾਰ ਜਿਹੜੀਆਂ ਸੰਖਿਆਵਾਂ ਹੈ ਆਪਾਂ ਉਹ ਦੇਖਣੀਆਂ। ਚਲੋ ਦੇਖਦੇ ਹਾਂ ਆਪਾਂ। ਦੇਖੋ 6 ਦਾ ਵਰਗ ਕਿੰਨਾ ਆ ਗਿਆ ਆਪਣੇ ਕੋਲ, 36 ਆ ਗਿਆ। 7 ਦਾ ਵਰਗ ਕਿੰਨਾ ਹੈ, 49 ਆ ਗਿਆ, ਠੀਕ ਹੈ ਨਾ। ਤਾਂ 36 ਤੇ 49 ਦੇ ਵਿਚਕਾਰ
ਸੰਖਿਆਵਾਂ ਕਿੰਨੀਆਂ ਹੋਣਗੀਆਂ। ਦੇਖੋ 36 ਨਹੀਂ ਕਾਊਂਟ ਕਰਨਾ ਆਪਾਂ ਨੇ, 37 38 39 40 41 42 43 44 45 46 47 48 ਇਹ ਆ ਗਿਆ ਨਾ 49 ਨਹੀਂ ਕਾਊਂਟ ਕਰਨਾ। ਤੇ ਟੋਟਲ ਕਿੰਨੀਆਂ ਸੰਖਿਆਵਾਂ ਆਪਾਂ ਇਹਨਾਂ ਨੂੰ ਗਿਣ ਲੈਂਦੇ ਆ 1 2 3 4 5 6 7 8 9 10 11 12 ਇਹ ਕਿੰਨੀਆਂ ਸੰਖਿਆਵਾਂ ਨੇ 12 ਸੰਖਿਆਵਾਂ ਨੇ। ਇਸ ਤਰ੍ਹਾਂ ਚ ਕੋਈ ਹੋਰ ਜ਼ਿਆਦਾ ਵੱਡੀ ਰਕਮ ਆ ਜਾਵੇ ਫਿਰ ਉਹ ਚ ਐਵੇਂ ਥੋੜਾ ਲਿਖਣਾ ਔਖਾ ਹੁੰਦਾ ਨਾ, ਤਾਂ ਇਹਦੇ ਲਈ ਇੱਕ ਹੋਰ ਵੀ ਮੈਥਡ ਹੈਗਾ ਆ। ਦੇਖੋ ਤੁਸੀਂ ਕੀ ਕਰਨਾ ਹੈ, ਮੰਨ ਲਓ ਆਪਾਂ ਨੇ ਹੁਣ ਆਹ 2 ਦੇ ਵਿਚਕਾਰ ਸੰਖਿਆਵਾਂ ਪਤਾ ਕਰਨੀਆਂ ਸੀ ਨਾ, ਤਾਂ ਇਹਨਾਂ ਦੋਨਾਂ ਦੇ ਵਿੱਚ 6 ਇੱਕ ਮੰਨ ਲਓ ਆਪਾਂ 6 ਤੇ ਅਤੇ 7 ਦੇ ਵਰਗ ਦੇ ਵਿਚਕਾਰ ਸੰਖਿਆਵਾਂ ਪਤਾ ਕਰਨੀਆਂ, ਠੀਕ ਹੈ ਨਾ। ਤਾਂ ਇੱਥੋਂ ਦੇਖੋ ਕਿਹੜੀ ਜਿਹੜੀ ਸੰਖਿਆ ਹੈ ਉਹ ਛੋਟੀ ਆ, ਇਹਦੇ ਵਿੱਚ ਆ 6 ਛੋਟੀ ਆ ਨਾ ਆਪਣੇ ਕੋਲ ਸਮਾਲ, ਤਾਂ 6 ਨੂੰ ਜਿਹੜੀ ਵੀ ਛੋਟੀ ਸੰਖਿਆ ਆ ਉਹਨੂੰ ਆਪਾਂ ਨੇ 2 ਨਾਲ ਗੁਣਾ ਕਰ ਦੇਣਾ। ਜਿਵੇਂ ਆਪਣੇ ਕੋਲ 6 ਆ, ਇਹਨੂੰ ਆਪਾਂ 2 ਨਾਲ ਗੁਣਾ ਕਰਤੀ, ਕਿੰਨਾ ਆ ਗਿਆ ਆਪਣੇ ਕੋਲ 6 ਦੂਣੀ 12, ਤਾਂ 6 ਦਾ ਵਰਗ ਤੇ 7 ਦੇ ਵਰਗ ਦੇ ਵਿਚਕਾਰ ਕਿੰਨੀਆਂ ਸੰਖਿਆਵਾਂ ਹੋਣਗੀਆਂ 12 ਸੰਖਿਆਵਾਂ ਹੋਣਗੀਆਂ। ਇਹ ਤੁਸੀਂ ਲਿਖ ਵੀ ਲਓ ਭਾਵੇਂ। ਦੇਖੋ n ਮੰਨ ਲਓ ਆਪਣੇ ਕੋਲ 6 ਆ, ਠੀਕ ਹੈ, ਤਾਂ ਉਹਨਾਂ ਦੇ ਵਿਚਕਾਰ ਕਿੰਨੀਆਂ ਸੰਖਿਆਵਾਂ ਹੋਣਗੀਆਂ 2 ਗੁਣਾ n। ਇਹੀ ਆਪਾਂ ਉੱਪਰ ਜਿਹੜਾ ਪ੍ਰੋਪਰਟੀ ਸੀਗੀ ਇਹਦੇ ਵਿੱਚ ਇਹੀ ਦੱਸਿਆ ਨਾ ਆਪਾਂ ਨੇ, 2 ਲਗਾਤਾਰ ਸੰਖਿਆਵਾਂ n ਅਤੇ n+1 ਯਾਨੀ ਕਿ 3 ਹੋ ਗਿਆ, ਤਾਂ ਇੱਕੋ ਜੋੜ ਕੇ 4 ਹੋ ਗਿਆ, ਚਾਹੇ ਇੱਥੇ 5 ਲਾ ਲਓ, 5 ਵਿੱਚ 1 ਜੋੜਿਆ 6, 5 ਤੇ 6। ਉਹਨਾਂ ਦੇ ਵਰਗਾਂ ਦੇ ਵਿਚਕਾਰ ਕਿੰਨੀਆਂ ਸੰਖਿਆਵਾਂ ਹੋਣਗੀਆਂ 2n। n ਕੀ ਆ ਜਿਹੜੀ ਸਭ ਤੋਂ ਛੋਟੀ ਸੰਖਿਆ ਲਈ ਆ ਆਪਾਂ ਨੇ, ਠੀਕ ਹੈ ਨਾ। ਇਹ n ਲੱਤਾ ਨਾ ਆਪਣੇ ਛੋਟੀ ਸੰਖਿਆ ਨੂੰ 2 ਨਾਲ ਗੁਣਾ ਕਰ ਦੇਣਾ। ਆਪਣੇ ਕੋਲ ਉਹਨਾਂ 2 ਜਿਹੜੀਆਂ ਸੰਖਿਆਵਾਂ ਨੇ ਲਗਾਤਾਰ ਉਹਨਾਂ ਦੇ ਵਰਗਾਂ ਦੇ ਵਿਚਕਾਰ ਆ ਜਿਹੜੀਆਂ ਉਹ ਸੰਖਿਆਵਾਂ ਆਪਾਂ ਨੂੰ ਪਤਾ ਲੱਗ ਜਾਣਗੀਆਂ। ਆਪਾਂ ਇੱਥੇ ਲਿਖ ਵੀ ਲਓ n ਮੰਨ ਲਓ 6 ਆ ਆਪਣੇ ਕੋਲ, ਤਾਂ 2n ਕਿੰਨਾ ਹੋ ਗਿਆ 2 ਗੁਣਾ 6 12, ਠੀਕ ਹੈ। ਤੇ ਇਹਦੀ ਲਗਾਤਾਰ ਤਾਂ ਸੰਖਿਆਵਾਂ ਕਿਹੜੀ ਹੋ ਗਈ n ਜਮਾ 1, ਯਾਨੀ ਕਿ n ਕਿੰਨਾ ਸੀਗਾ 6, 6 ਜਮਾ 1 ਕਿੰਨਾ ਹੋ ਗਿਆ 7 ਹੋ ਗਿਆ ਨਾ ਬੱਚਿਓ, ਠੀਕ ਹੈ। ਯਾਨੀ ਕਿ 6 ਦਾ ਵਰਗ ਤੇ 7 ਦੇ ਵਰਗ ਦੇ ਵਿਚਕਾਰ ਕਿੰਨੀਆਂ ਸੰਖਿਆਵਾਂ ਹੋਣਗੀਆਂ 12 ਸੰਖਿਆਵਾਂ ਹੋਣਗੀਆਂ, ਠੀਕ ਹੈ ਬੱਚਿਓ। ਤੇ ਇਸ ਤਰ੍ਹਾਂ ਹੀ n ਮੰਨ ਲਓ ਵੀ ਆਪਣੇ ਕੋਲ 4 ਆ, ਠੀਕ ਹੈ, ਤੇ ਉਸ ਤੋਂ ਲਗਾਤਾਰ ਸੰਖਿਆ ਹੋਗੀ ਅਗਲੀ 5 ਹੋ ਜੂਗੀ, 4 ਦਾ ਵਰਗ ਤੇ 5 ਦੇ ਵਰਗ, 4 ਦਾ ਵਰਗ ਤੇ 5 ਦਾ ਵਰਗ, ਇਹਨਾਂ ਵਿੱਚ ਘਰ ਕਿੰਨੀਆਂ ਸੰਖਿਆਵਾਂ ਹੋਣਗੀਆਂ ਛੋਟੀ ਕਿਹੜੀ ਆ 4, ਇਹਨੂੰ 2 ਨਾਲ ਗੁਣਾ ਕਰ ਦਿਓ, 4 ਦੂਣੀ 8, 8 ਹੋ ਗਈ ਨਾ। ਇਸ ਤਰ੍ਹਾਂ ਆਪਾਂ ਨੇ ਈਜ਼ੀ ਮੈਥਡ ਦੇ ਨਾਲ 2 ਲਗਾਤਾਰ ਸੰਖਿਆਵਾਂ ਦੇ ਵਰਗਾਂ ਦੇ ਵਿੱਚ ਘਰ ਜਿਹੜੀਆਂ ਸੰਖਿਆਵਾਂ ਹੋਣਗੀਆਂ ਉਹ ਲੱਭ ਲਵਾਂਗੇ, ਪਰ ਉਹ ਪੂਰਨ ਵਰਗ ਨਹੀਂ ਹੋਣਗੀਆਂ। ਅੱਗੇ ਬੱਚਿਓ ਆਪਣੇ ਕੋਲ ਪ੍ਰੋਪਰਟੀ 7ਵੀਂ ਪ੍ਰੋਪਰਟੀ ਕੀ ਕਹਿੰਦੀ ਆ, ਦੇਖੋ ਕਿਸੇ ਸੰਖਿਆ n, ਕੋਈ ਵੀ ਸੰਖਿਆ ਹੈ ਮੰਨ ਲਓ ਉਹ n ਆ, ਉਹਦਾ ਜਿਹੜਾ ਵਰਗ ਆ ਉਹ ਪਹਿਲੀਆਂ n ਪ੍ਰਕਿਰਤਿਕ ਟਾਂਕ ਸੰਖਿਆਵਾਂ ਦੇ ਜੋੜ ਦੇ ਬਰਾਬਰ ਹੋਵੇਗਾ। ਦੇਖੋ ਐਗਜ਼ਾਮਪਲ ਨਾਲ ਤੁਹਾਨੂੰ ਈਜ਼ੀਲੀ ਸਮਝ ਲੱਗ ਜੂਗਾ। n ਮੰਨ ਲਓ ਆਪਣੇ ਕੋਲ 2 ਹੈ, ਠੀਕ ਹੈ, ਤੇ 2 ਦਾ ਵਰਗ ਕਿੰਨਾ ਹੋ ਗਿਆ, ਦੇਖੋ ਇੱਥੇ 2 ਦਾ ਵਰਗ ਕਿੰਨਾ ਹੋ ਗਿਆ 4 ਹੋ ਗਿਆ, ਠੀਕ ਹੈ ਨਾ। n ਆਪਾਂ ਨੇ ਕਿੰਨਾ ਮੰਨਿਆ 2 ਮੰਨ ਲਿਆ, 2 ਦਾ ਵਰਗ ਕਿੰਨਾ ਹੋ ਗਿਆ 4। ਤਾਂ ਪਹਿਲੀਆਂ ਪ੍ਰਕਿਰਤਿਕ ਸੰਖਿਆਵਾਂ ਕਿਹੜੀਆਂ, 1 ਆ ਗਈ ਸੰਖਿਆ, 1 ਜਮਾ 3, 2 ਸੰਖਿਆ ਆ ਗਈ ਨਾ ਆਪਣੇ ਕੋਲ, 2 ਦਾ ਵਰਗ, ਤਾਂ 2 ਹੀ ਪ੍ਰਕਿਰਤਿਕ ਸੰਖਿਆਵਾਂ ਜਿਹੜੀਆਂ ਟਾਂਕ ਪ੍ਰਕਿਰਤਿਕ ਸੰਖਿਆਵਾਂ ਜਿਹੜੀਆਂ ਉਹ ਲਿਖਣੀਆਂ ਨੇ। ਦੇਖੋ 2 ਦਾ ਵਰਗ 4 ਹੈ, 2 ਪਹਿਲੀਆਂ ਟਾਂਕ ਸੰਖਿਆਵਾਂ ਕਿਹੜੀਆਂ ਨੇ 1 ਤੇ 3, ਇਹਨਾਂ ਦੋਨਾਂ ਦਾ ਜੋੜ ਆ ਜਿਹੜਾ ਉਹ ਵੀ 4 ਹੈ। ਇਸ ਤਰ੍ਹਾਂ ਬੱਚੇ ਆ ਦੇਖਿਓ, ਹੁਣ 3 ਦਾ ਵਰਗ ਕਿੰਨਾ ਹੁੰਦਾ ਆ 9 ਹੁੰਦਾ ਆ, ਠੀਕ ਹੈ ਨਾ। ਹੁਣ ਆਪਾਂ ਕਿੰਨੀਆਂ ਪ੍ਰਕਿਰਤਿਕ ਟਾਂਕ ਸੰਖਿਆਵਾਂ ਦੇਖਣੀਆਂ ਨੇ 3 ਵੇਖਣੀਆਂ ਨੇ, ਤਾਂ ਦੇਖੋ ਪਹਿਲੀਆਂ 3 ਕਿਹੜੀਆਂ ਨੇ 1 3 5, ਇਹਨਾਂ ਨੂੰ ਜੋੜ ਲਓ। ਦੇਖੋ 1 ਆ 3 ਕਿੰਨੇ ਹੋ ਗਏ 4, 4 ਜਮਾ 5 ਕਿੰਨੇ ਹੋ ਗਏ 9, ਤਾਂ 3 ਦਾ ਵਰਗ ਹੀ ਆਪਣੇ ਕੋਲ 9 ਆਇਆ ਹੈ। ਇਸ ਤਰ੍ਹਾਂ ਹੀ 4 ਦਾ ਵਰਗ ਕਿੰਨਾ ਹੁੰਦਾ 16, ਤਾਂ ਆਪਾਂ ਨੇ ਪਹਿਲੀਆਂ ਟਾਂਕ ਪ੍ਰਕਿਰਤਿਕ ਸੰਖਿਆਵਾਂ ਕਿੰਨੀਆਂ ਦੇਖਣੀਆਂ ਨੇ 4, ਮਤਲਬ ਜਿੰਨੇ ਦਾ ਵਰਗ ਉਨੀਆਂ ਹੀ ਸੰਖਿਆਵਾਂ ਆਪਾਂ ਨੇ ਦੇਖਣੀਆਂ ਨੇ। ਦੇਖੋ ਉਹਨਾਂ ਦਾ ਜਿਹੜਾ ਜੋੜ ਆ ਇਹਦੇ ਵਰਗ ਦੇ ਬਰਾਬਰ ਆ ਜਾਊਗਾ। ਹੁਣ 4 ਦਾ ਵਰਗ ਇਹਦੀਆਂ ਕਿੰਨੀਆਂ ਟਾਂਕ ਪ੍ਰਕਿਰਤਿਕ ਸੰਖਿਆਵਾਂ ਦੇਖਾਂਗੇ ਆਪਾਂ, ਪਹਿਲੀਆਂ 4 ਦੇਖਾਂਗੇ, ਜੇ 5 ਦਾ ਵਰਗ ਕੱਢਣਾ ਤਾਂ 5 ਦੇਖਾਂਗੇ, ਉਹਨਾਂ ਨੂੰ ਜੋੜ ਦਿਓ, ਠੀਕ ਹੈ।
ਤਾਂ ਉਹਦਾ ਜਿਹੜਾ ਆਨਸਰ ਆ ਉਹ ਇਹਦੇ ਵਰਗ ਦੇ ਬਰਾਬਰ ਹੋਊਗਾ। ਜਿਵੇਂ ਹੁਣ 4 ਦਾ ਵਰਗ 16 ਹੈ। ਪਹਿਲੀਆਂ 4 ਟਾਂਕ ਪ੍ਰਕਿਰਤਿਕ ਸੰਖਿਆਵਾਂ ਕਿਹੜੀਆਂ ਨੇ? 1 3 5 7। ਇਹਨਾਂ ਨੂੰ ਜੋੜ ਦਿਓ। 1 + 3 + 5 + 7 ਕਿੰਨਾ ਆ ਗਿਆ ਦੇਖੋ। 3 ਤੇ 1 4 5 9 9 ਤੇ 7 ਕਿੰਨਾ ਹੋ ਗਿਆ? 16। ਬਹੁਤ ਸੌਖਾ ਬੱਚਿਓ। ਇਸ ਤਰ੍ਹਾਂ ਹੀ ਦੇਖੋ, ਮੰਨ ਲਓ ਹੁਣ ਆਪਣੇ ਕੋਲ ਇੱਥੇ 6 ਦਾ ਵਰਗ ਆ, ਠੀਕ ਹੈ ਨਾ। ਤਾਂ ਇਹਦੀਆਂ ਪਹਿਲੀਆਂ ਜਿਹੜੀਆਂ ਪ੍ਰਕਿਰਤਿਕ ਟਾਂਕ ਸੰਖਿਆਵਾਂ ਦੇ ਜੋੜ ਕਿੰਨੀਆਂ? ਇਹ ਪ੍ਰਕਿਰਤਿਕ ਟਾਂਕ ਸੰਖਿਆਵਾਂ ਦੇ ਜੋੜ ਦੇ ਬਰਾਬਰ ਆ 6 ਦੇ। ਪਹਿਲੀਆਂ 6 ਲਿਖ ਦਿਓ ਫਿਰ। 1 + 3 + 5 + 7 + 9 1 2 3 4 5 ਹੋ ਗਿਆ ਨਾ, ਜਮਾ 11। ਹੁਣ ਇਹਨਾਂ ਦਾ ਜੋੜ ਕਰ ਲਿਓ, ਕਿੰਨਾ ਆ ਜਾਊਗਾ? ਇਹ 36 ਆਏਗਾ ਬੱਚਿਓ, ਠੀਕ ਹੈ। ਇਹ ਬਹੁਤ ਸੌਖਾ ਹੈ। ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਆਮ ਹੀ ਮਤਲਬ ਜਿਹੜੇ ਹੈਗੇ ਆ ਆਉਂਦੇ ਆ, ਠੀਕ ਹੈ ਨਾ। 1 ਮਾਰਕਸ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਕੁਐਸਚਨ ਆ ਜਿਹੜੇ ਤੁਹਾਨੂੰ ਆਉਣਗੇ। ਹਾਂਜੀ ਬੱਚੇ, ਜਿਹੜੀ ਆਪਣੇ ਕੋਲ ਗੁਣ ਨੰਬਰ 8 ਹੈ ਉਹ ਹੈ ਵੀ ਕਿਸੇ ਵੀ ਟਾਂਕ ਸੰਖਿਆ ਦਾ ਵਰਗ ਹੈ ਜਿਹੜਾ 1 ਤੋਂ ਬਿਨਾ, ਇਹ ਧਿਆਨ 'ਚ ਰੱਖਣਾ ਹੈ, ਕੋਈ ਵੀ ਟਾਂਕ ਸੰਖਿਆ ਆ ਉਹਦਾ ਜਿਹੜਾ ਵਰਗ ਹੈ 1 ਨਾ ਹੋਵੇ, ਮਤਲਬ ਟਾਂਕ ਸੰਖਿਆ, ਉਹਨੂੰ ਅਸੀਂ 2 ਲਗਾਤਾਰ ਪ੍ਰਕਿਰਤਿਕ ਸੰਖਿਆਵਾਂ ਦੇ ਜੋੜ ਦੇ ਰੂਪ ਵਿੱਚ ਕਿਵੇਂ ਲਿਖ ਸਕਦੇ ਆ? ਤਾਂ ਇਹਦੇ ਲਈ ਬੱਚਿਓ ਇੱਕ ਫਾਰਮੂਲਾ ਆ, n ਦੀ ਘਾਤ 2 ਘਟਾਓ 1/2 n ਦੀ ਘਾਤ 2 ਜਮਾ 1/2। ਆ ਦੋ ਸੰਖਿਆਵਾਂ ਆਪਣੇ ਕੋਲ ਆ ਜਾਣਗੀਆਂ, ਇਹਨਾਂ ਦਾ ਕਰ ਦੇਣਾ ਆਪਾਂ ਨੇ ਜੋੜ, ਠੀਕ ਹੈ। ਤਾਂ ਉਹ ਸੰਖਿਆ ਦੇ ਵਰਗ ਦੇ ਬਰਾਬਰ ਹੋਣਗੀਆਂ। ਫਾਰ ਐਗਜ਼ਾਮਪਲ ਆਪਾਂ ਮੰਨ ਲਓ ਸੰਖਿਆ ਆਪਣੇ ਕੋਲ 3 ਹੈ, ਤਾਂ ਸੰਖਿਆ ਦਾ ਵਰਗ ਯਾਨੀ ਕਿ 3 ਦਾ ਵਰਗ ਕਿੰਨਾ ਹੋ ਗਿਆ? 3 × 3 ਦਾ ਵਰਗ ਹੈ ਨਾ। ਤਾਂ ਇਹਦੇ ਵਿੱਚ ਆ ਭਰ ਦਿਓ, ਦੇਖੋ ਕਿੰਨਾ ਆਪਣੇ ਕੋਲ, n ਕਿੰਨੀ ਆ ਆਪਣੇ ਕੋਲ? 3 ਆ ਨਾ n, ਠੀਕ ਹੈ। ਇਹਦੀ ਜਗ੍ਹਾ ਤੇ ਆਪਾਂ ਕੀ ਭਰ ਦਿੱਤਾ? 3 ਦੀ ਘਾਤ 2। ਐਵੇਂ ਫਾਰਮੂਲੇ 'ਚ ਸੀਗਾ, ਫਿਰ -1 ਹੈ ਨਾ। ਇੱਥੇ ਵੀ ਆਪਾਂ ਲਿਖਦੇ ਹਾਂ ਘਟਾਓ 1/2 ਲਿਖ ਦਿੱਤਾ। ਇਸ ਤਰ੍ਹਾਂ ਹੀ ਫਿਰ ਦੇਖੋ n ਕਿੰਨਾ ਲਿਆ ਆਪਾਂ ਨੇ? 3। 3 ਦੀ ਘਾਤ ਆ 2 ਆ ਗਿਆ, ਆ ਜਮਾ 1/2 ਹੈ ਨਾ। ਹੁਣ 3 ਦਾ ਵਰਗ ਆਪਾਂ ਨੂੰ ਪਤਾ 9 ਹੁੰਦਾ ਆ, 9 ਵਿੱਚ 1 ਘਟਾਇਆ ਆਪਣੇ ਕੋਲ 8 ਹੋ ਗਿਆ /2 ਹੈ ਨਾ। ਤੇ 2 1 2 4 ਦੂਣੀ 8 ਆਪਣੇ ਕੋਲ ਇਹ ਕਿੰਨਾ ਆ ਗਿਆ? 4 ਆ ਗਿਆ। ਇਸ ਤਰ੍ਹਾਂ ਹੀ ਆ 3 ਦਾ ਵਰਗ ਕਿੰਨਾ ਆ ਗਿਆ? 9 ਵਿੱਚ 1 ਜੋੜਾਂਗੇ ਕਿੰਨਾ ਆ ਗਿਆ? 10/2 2 5 10। ਤਾਂ ਆਪਣੇ ਕੋਲ 4 ਤੇ 5 ਇਹ ਦੋ ਸੰਖਿਆਵਾਂ ਆ ਗਈਆਂ ਨਾ। ਹੁਣ ਦੇਖੋ 4 ਤੇ 5 ਨੂੰ ਆਪਾਂ ਨੇ ਜੋੜਿਆ ਤਾਂ ਕਿੰਨਾ ਆ ਗਿਆ? 9 ਆ ਗਿਆ ਆਪਣੇ ਕੋਲ। ਤਾਂ ਦੇਖੋ ਆਪਣੇ ਕੋਲ 3 ਦਾ ਵਰਗ ਹੈ ਜਿਹੜਾ ਉਹ 9 ਹੁੰਦਾ ਆ, ਤੇ ਜਿਹੜੀਆਂ ਆਪਾਂ ਨੇ ਲਗਾਤਾਰ ਕਿਹਾ ਨਾ, 2 ਲਗਾਤਾਰ ਪ੍ਰਕਿਰਤਿਕ ਸੰਖਿਆਵਾਂ, ਇਹਨੂੰ ਆਪਾਂ ਜੋੜ ਦੇ ਰੂਪ 'ਚ ਕਿਵੇਂ ਲਿਖ ਸਕਦੇ ਹਾਂ? ਪ੍ਰਕਿਰਤਿਕ ਸੰਖਿਆਵਾਂ 4 ਤੇ 5 9 ਆ ਗਿਆ, ਠੀਕ ਹੈ ਨਾ। ਇਹ ਆਪਾਂ ਕੱਢ ਲਿਆ। ਇਸ ਤਰ੍ਹਾਂ ਹੀ ਦੇਖੋ ਨੈਕਸਟ ਬੱਚੇ ਆਪਣੇ ਕੋਲ ਮੰਨ ਲਓ n ਆ ਜਿਹੜਾ ਉਹ ਕਿੰਨਾ ਹੈ? n ਆਪਣੇ ਕੋਲ ਕਿੰਨਾ ਹੈ? 5 ਆ, ਹੈ ਨਾ। ਤਾਂ 5 ਦਾ ਵਰਗ ਕਿੰਨਾ ਹੁੰਦਾ ਆ? ਠੀਕ ਹੈ, ਆਪਾਂ ਨੂੰ ਪਤਾ ਹੈ ਕਿੰਨਾ ਹੁੰਦਾ ਆ 5 ਦਾ ਵਰਗ, ਪਰ ਆਪਾਂ ਨੇ ਇਹਦਾ ਜਿਹੜਾ ਦੋ ਲਗਾਤਾਰ ਸੰਖਿਆਵਾਂ ਦੇ ਜੋੜ ਦੇ ਰੂਪ 'ਚ ਲਿਖਣਾ ਹੈ। ਤਾਂ ਉਹਦੇ ਲਈ ਆਪਾਂ ਨੇ ਆਹ ਫਾਰਮੂਲਾ ਦੇਖੋ ਲਗਾਉਣਾ ਹੈ। n ਕਿੰਨਾ ਮੰਨਿਆ ਆਪਾਂ ਨੇ? 5 ਮੰਨਿਆ। 5 ਦੀ ਘਾਤ 2 ਘਟਾਓ 1, ਇਸ ਤਰ੍ਹਾਂ ਹੀ 5 ਦੀ ਘਾਤ 2 ਜਮਾ 1 ਤੇ ਬਟੇ ਆਪਾਂ ਨੇ ਆ 2 ਕਰ ਦੇਣਾ, ਠੀਕ ਹੈ। ਦੇਖੋ n ਦੀ ਘਾਤ 2, n ਹੈਗਾ 5, 5 ਦੀ ਘਾਤ 2 ਘਟਾਓ 1/2, ਫਿਰ ਜੋੜ ਕਰ ਦੇਣਾ, ਮਤਲਬ ਇੱਕ ਵਾਰੀ ਘਟਾ ਦੇਣਾ, ਇੱਕ ਵਾਰੀ ਜੋੜ ਦੇਣਾ, ਬਟੇ 2 ਕਰ ਦੇਣਾ ਦੋਨਾਂ ਦੀ। ਹੁਣ 5 5 25 ਘਟਾਓ 1 ਕਿੰਨਾ ਹੁੰਦਾ? 24/2। ਇਸ ਤਰ੍ਹਾਂ 5 5 25 ਜਮਾ 1 ਕਿੰਨਾ ਹੋ ਗਿਆ? 26/2। ਇਹਨਾਂ ਨੂੰ ਕੱਟ ਲਓ, ਦੇਖੋ 12 ਦੂਣਾ 24 13 ਦੂਣਾ 26 12 ਤੇ ਲਗਾਤਾਰ ਦੂਜੀ ਸੰਖਿਆ ਕਿਹੜੀ ਹੋ ਗਈ? 13, ਠੀਕ ਹੈ। ਹੁਣ 12 ਜਮਾ 13 ਕਿੰਨਾ ਹੁੰਦਾ? ਦੇਖੋ 2 ਤੇ 3 5 1 1 2 25 ਹੋ ਗਿਆ ਨਾ। ਤੇ ਇਹਨੂੰ ਆਪਾਂ ਇਸ ਤਰ੍ਹਾਂ ਲਿਖ ਸਕਦੇ ਹਾਂ, ਠੀਕ ਹੈ ਬੱਚਿਓ। ਇਸ ਤਰ੍ਹਾਂ ਹੀ ਆਪਾਂ ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਹਾਂ। ਦੇਖੋ 7 ਆ, ਮੰਨ ਲਓ ਜਿਹੜਾ n ਆ, n ਕਿੰਨਾ ਲਿਆ ਆਪਾਂ ਨੇ? 7। ਦੇਖੋ ਇੱਕ ਵਾਰੀ ਇਹਦੇ ਵਿੱਚ ਇਹਦੇ ਵਰਗ ਦੇ ਵਿੱਚ ਜੋੜ ਦੇਣਾ, ਘਟਾ ਦੇਣਾ, ਇੱਕ ਵਾਰੀ ਜੋੜ ਦੇਣਾ। ਹੁਣ ਜਦੋਂ ਘਟਾਇਆ 7 ਦਾ ਵਰਗ ਘਟਾਓ 1/2, 7 7 49 ਘਟਾਓ 1 48 ਆ ਗਿਆ ਨਾ। 49 ਘਟਾਓ 1 48 ਆ/2 ਆ ਗਿਆ, ਠੀਕ ਹੈ। ਤਾਂ 24 ਦੂਣਾ 48 24 ਤੇ ਕੱਟਿਆ ਗਿਆ ਸੀ।
इस तरह ही आ 7 49 ते एक कितना हो गया 50 बटे 2 आ गया 25 दूना 50 ਹੁੰਦਾ 24 ਤੇ 25 ਦੋ ਲਗਾਤਾਰ ਸੰਖਿਆਵਾਂ ਆ ਗਈਆਂ ਨਾ। ਹੁਣ 24 ਤੇ 25 ਨੂੰ ਇੱਥੇ ਜੋੜ ਕੇ ਦੇਖ ਲਓ ਤੁਹਾਡੇ ਕੋਲ ਉੱਤਰ ਆ ਜਿਹੜਾ ਉਹ 7 ਦੇ ਵਰਗ ਦੇ ਬਰਾਬਰ ਆਏਗਾ। 4 ਤੇ 5 ਕਿੰਨਾ ਹੋ ਗਿਆ 9 2 ਤੇ 2 4 ਠੀਕ ਹੈ ਨਾ। ਤਾਂ ਕਿੰਨਾ ਆ ਗਿਆ 49 ਮਤਲਬ ਇਹਨਾਂ ਦਾ ਜੋੜਫਲ ਦੇ ਬਰਾਬਰ ਕੀ ਆਊਗਾ 7 ਦਾ ਵਰਗ। ਤਾਂ ਇਸ ਤਰ੍ਹਾਂ ਬੱਚਿਓ ਆਪਾਂ ਇਹਨੂੰ ਹੱਲ ਕਰ ਸਕਦੇ ਹਾਂ। ਅੱਗੇ ਬੱਚਿਓ ਆਪਣੇ ਕੋਲ ਪ੍ਰੋਪਰਟੀ 9 ਦੋ ਲਗਾਤਾਰ ਜਿਸਤ ਜਾਂ ਟਾਂਕ ਸੰਖਿਆਵਾਂ ਦਾ ਜਿਹੜਾ ਗੁਣਨਫਲ ਆ ਜੇ ਆਪਣੇ ਕੋਲ n ਘਟਾਓ 1 ਤੇ n ਜਮਾ 1 ਦੋ ਲਗਾਤਾਰ ਜਿਸਤ ਜਾਂ ਟਾਂਕ ਸੰਖਿਆਵਾਂ ਨੇ ਠੀਕ ਹੈ। ਤਾਂ ਇਹਨਾਂ ਦਾ ਜਿਹੜਾ ਗੁਣਨਫਲ ਹੈ ਉਹ ਕਿਹਦੇ ਬਰਾਬਰ ਹੋਊਗਾ n ਦੀ ਘਾਤ 2 ਘਟਾਓ 1 ਦੇ ਬਰਾਬਰ ਹੋਊਗਾ ਠੀਕ ਹੈ। ਤਾਂ ਦੇਖੋ ਆਪਣੇ ਕੋਲ ਟਾਂਕ ਸੰਖਿਆ ਹੈ 5 ਤੇ 7 ਆਪਾਂ ਨੂੰ ਵੈਸੇ ਹੀ ਪਤਾ ਆ ਕਿ 5 ਗੁਣਾ 7 35 ਹੁੰਦਾ ਆ ਠੀਕ ਹੈ ਨਾ। ਪਰ ਆਪਾਂ ਦੇਖ ਲੈਣਾ ਇਹਨਾਂ ਦੇ 5 ਤੇ 7 ਦੇ ਵਿਚਕਾਰ ਕੀ ਆਉਂਦਾ ਆ 6 ਆਉਂਦਾ ਨਾ ਠੀਕ ਹੈ। ਤਾਂ 6 ਦਾ ਵਰਗ ਕਰਕੇ ਆਪਾਂ ਨੇ ਘਟਾਓ 1 ਕਰ ਦੇਣਾ। ਦੇਖੋ ਆਪਣਾ ਕੋਲ ਆ ਉੱਤਰ ਜਿਹੜਾ ਪ੍ਰਾਪਤ ਹੋ ਜਾਊਗਾ 6 ਦਾ ਵਰਗ 2 ਘਟਾਓ 1 ਸਿਕਮ ਜੀ ਕੀ 36 ਘਟਾਓ 1 35 ਆ ਗਿਆ ਨਾ ਆਪਣੇ ਕੋਲ ਠੀਕ ਹੈ। ਇਸ ਤਰ੍ਹਾਂ ਹੀ ਆਪਾਂ ਐਵੇਂ ਵੀ ਕਰ ਸਕਦੇ ਹਾਂ 9 ਗੁਣਾ 11 ਵੈਸੇ ਤਾਂ ਆਪਾਂ ਨੂੰ ਪਤਾ ਹੀ ਹੈ ਕਿ 99 ਹੁੰਦਾ ਆ ਠੀਕ ਹੈ ਨਾ। ਤਾਂ ਆਪਾਂ ਕੀ ਕਰਨਾ ਹੈ 9 ਤੇ 11 ਦੇ ਵਿਚਕਾਰ ਕੀ ਆਉਂਦਾ ਆ 10 10 ਦਾ ਵਰਗ ਘਟਾਓ 1 ਕਰਾਂਗੇ ਠੀਕ ਹੈ। ਤਾਂ ਕੀ ਆ ਜਾਊਗਾ 100 ਘਟਾਓ 1 ਬਰਾਬਰ ਕੀ ਆ ਗਿਆ 99 ਠੀਕ ਹੈ। ਇਹਦੇ ਬਰਾਬਰ ਆ ਗਿਆ ਨਾ ਇਹ। ਇਸ ਤਰ੍ਹਾਂ ਹੀ ਆਪਾਂ ਇੱਕ ਜਿਸਤ ਸੰਖਿਆ ਲੈ ਲੈਂਦੇ ਹਾਂ। ਦੇਖੋ ਜਿਸਤ ਸੰਖਿਆ ਦੇ ਵਿੱਚ ਆਪਾਂ ਨੇ 10 ਗੁਣਾ 12 ਲੈ ਲਿਆ। ਵੈਸੇ ਤਾਂ ਆਪਾਂ ਨੂੰ ਪਤਾ ਹੀ ਹੈ ਵੀ 10 ਗੁਣਾ 12 ਕਿੰਨਾ ਹੁੰਦਾ 120 ਹੁੰਦਾ ਆ। 10 ਤੇ 12 ਦੇ ਵਿਚਕਾਰ ਕੀ ਆਉਂਦਾ ਆ 11 ਆਉਂਦਾ ਆ। ਤਾਂ n ਕਿੰਨਾ ਆ ਗਿਆ ਆਪਣੇ ਕੋਲ 11 ਆ ਗਿਆ ਨਾ। ਤਾਂ 11 ਦੀ ਘਾਤ 2 ਘਟਾਓ 1 ਹੈ ਨਾ। ਘਾਤ 2 ਮਤਲਬ 11 ਦਾ ਵਰਗ 11 11 121 ਹੈ ਨਾ। ਘਟਾਓ 1 ਕਿੰਨਾ ਆ ਗਿਆ 120 ਤਾਂ ਇਹਦੇ ਬਰਾਬਰ ਆ ਗਿਆ ਨਾ ਇਹ। ਇਸ ਤਰ੍ਹਾਂ ਆਪਾਂ ਇਹਨੂੰ ਫਾਈਂਡ ਆਊਟ ਕਰ ਸਕਦੇ ਹਾਂ। ਅੱਗੇ ਬੱਚਿਓ ਆਪਣੇ ਕੋਲ ਗੁਣ ਨੰਬਰ 10 ਪ੍ਰੋਪਰਟੀ 10 ਦੋ ਲਗਾਤਾਰ ਪ੍ਰਕਿਰਤਿਕ ਸੰਖਿਆਵਾਂ ਦੇ ਵਰਗਾਂ ਦਾ ਅੰਤਰ ਮਤਲਬ ਦੋ ਪ੍ਰਕਿਰਤਿਕ ਸੰਖਿਆਵਾਂ ਨੇ ਜਿਹੜਾ ਉਹਨਾਂ ਦਾ ਡਿਫਰੈਂਸ ਆ ਦੋਵੇਂ ਸੰਖਿਆਵਾਂ ਦੇ ਜੋੜ ਦੇ ਬਰਾਬਰ ਹੁੰਦਾ ਆ। ਦੇਖੋ ਮੰਨ ਲਓ ਆਪਣੇ ਕੋਲ ਪ੍ਰਕਿਰਤਿਕ ਸੰਖਿਆਵਾਂ ਐਗਜ਼ਾਮਪਲ 4 ਤੇ 5 ਆ ਠੀਕ ਹੈ। ਹੁਣ ਇਹਦਾ ਵਰਗ ਕਰ ਦੋ ਇਹਦਾ ਵਰਗ ਕਰ ਦੋ ਇਹਦਾ ਵਰਗ ਕਿੰਨਾ ਆ ਗਿਆ 4 ਦਾ ਵਰਗ ਕਿੰਨਾ ਹੁੰਦਾ 16 5 ਦਾ ਵਰਗ ਕਿੰਨਾ ਹੁੰਦਾ 25 ਤਾਂ ਵੱਡੀ ਸੰਖਿਆ ਵਿੱਚ ਛੋਟੀ ਘਟਾ ਦਿਓ 25 ਵਿੱਚੋਂ 16 ਨੂੰ ਘਟਾਉਂਗੇ ਆਪਣੇ ਕੋਲ ਕਿੰਨਾ ਆ ਜਾਊਗਾ 9 ਆ ਜਾਊਗਾ। ਦੇਖੋ 4 ਦਾ ਵਰਗ ਤੇ 5 ਦਾ ਵਰਗ 4 ਦਾ ਵਰਗ ਕਿੰਨਾ ਹੁੰਦਾ 16 5 ਦਾ ਵਰਗ ਕਿੰਨਾ ਹੁੰਦਾ 25 ਦੋਨਾਂ ਨੂੰ ਆਪਾਂ ਘਟਾਵਾਂਗੇ ਵੱਡੀ ਤੋਂ ਛੋਟੀ ਵੱਡੀ ਵਿੱਚੋਂ ਛੋਟੀ ਸੰਖਿਆ ਨੂੰ ਤਾਂ ਆਪਣੇ ਕੋਲ ਕਿੰਨਾ ਆ ਗਿਆ 9 ਆ ਗਿਆ। ਪਰ ਜੇ ਆਪਾਂ ਇੱਥੇ ਦੋਨਾਂ ਨੂੰ ਆਪਾਂ ਜੋੜਾਂਗੇ ਨਾ 4 ਜਮਾ 5 ਤਾਂ ਵੀ 9 ਹੀ ਆਵੇਗਾ। ਤਾਂ ਇਸ ਤਰ੍ਹਾਂ ਈਜ਼ੀ ਹੋ ਗਿਆ। ਹੁਣ ਦੇਖੋ ਆਪਣੇ ਕੋਲ ਦੋ ਸੰਖਿਆਵਾਂ ਨੇ ਪ੍ਰਕਿਰਤਿਕ ਸੰਖਿਆਵਾਂ 10 ਤੇ 9 ਇਹਨਾਂ ਦਾ ਵਰਗ ਆ ਜਿਹੜਾ ਉਹਨਾਂ ਦਾ ਜਿਹੜਾ ਅੰਤਰ ਆ ਉਹ ਕਿਹਦੇ ਬਰਾਬਰ ਹੋਊਗਾ ਆ 10 ਤੇ 9 ਦੇ ਜੋੜ ਦੇ ਬਰਾਬਰ ਠੀਕ ਹੈ। ਜਿਵੇਂ 10 ਦਾ ਵਰਗ ਹੈ ਘਟਾਓ 9 ਦਾ ਵਰਗ ਹੈ ਠੀਕ ਹੈ ਨਾ। ਤਾਂ ਆਪਣੇ ਕੋਲ ਕੀ ਆ ਜਾਊਗਾ ਦੇਖੋ 10 ਦਾ ਵਰਗ ਆਪਣੇ ਕੋਲ ਆ ਗਿਆ 100 9 ਦਾ ਵਰਗ ਕਿੰਨਾ ਆ ਗਿਆ 81 ਠੀਕ ਹੈ ਨਾ। ਤਾਂ ਦੇਖੋ ਇਹਨਾਂ 100 ਦੇ ਵਿੱਚੋਂ 81 ਨੂੰ ਘਟਾਵਾਂਗੇ ਤਾਂ ਆਪਣੇ ਕੋਲ ਜਿਹੜਾ ਉੱਤਰ ਆ ਕਿੰਨਾ ਆ ਜਾਊਗਾ 19 ਆ ਜਾਊਗਾ। ਕਿੰਨਾ ਆ 10 ਚ 9 ਜੋੜਾਂਗੇ ਤਾਂ ਵੀ ਆਪਣੇ ਕੋਲ 19 ਹੀ ਉੱਤਰ ਆ ਜਾਊਗਾ। ਤਾਂ ਇਹ ਸੌਖਾ ਹੈ ਥੋੜਾ ਜਿਹਾ ਇਸ ਤਰ੍ਹਾਂ ਤੁਸੀਂ ਕਰਨਾ ਬੱਚਿਓ। ਇਹ ਫਾਰਮੂਲਾ ਤੁਸੀਂ ਲਿਖ ਵੀ ਲਓ n ਜਮਾ 1 ਦਾ ਵਰਗ ਘਟਾਓ n ਦਾ ਵਰਗ ਬਰਾਬਰ ਕਿਹਦੇ ਆ n ਜਮਾ 1 ਜਮਾ n ਜਾਂ 2n ਜਮਾ 1 ਦੇ ਬਰਾਬਰ ਆ ਠੀਕ ਹੈ ਬੱਚਿਓ। ਅੱਗੇ ਬੱਚਿਓ ਆਪਣੇ ਕੋਲ ਪ੍ਰੋਪਰਟੀ 11 ਬਸ ਦੋ ਕੁ ਪ੍ਰੋਪਰਟੀਜ਼ ਹੈ ਆਪਣੇ ਕੋਲ ਠੀਕ ਹੈ। ਇਸ ਤੋਂ ਬਾਅਦ ਫਿਰ ਆਪਾਂ ਜਿਹੜੇ ਅਧਿਆਏ ਦੇ ਪ੍ਰਸ਼ਨ ਹੈ ਉਹਨਾਂ ਨੂੰ ਹੱਲ ਕਰਾਂਗੇ। ਦੇਖੋ ਰਿਣਾਤਮਕ ਸੰਪੂਰਨ ਸੰਖਿਆ ਦਾ ਵਰਗ ਹਮੇਸ਼ਾ ਕੀ ਹੁੰਦਾ ਆ ਧਨਾਤਮਕ ਹੁੰਦਾ ਆ ਠੀਕ ਹੈ। ਫਾਰ ਐਗਜ਼ਾਮਪਲ ਘਟਾਓ 3 ਦਾ ਵਰਗ ਕੀ ਆਊਗਾ ਦੇਖੋ ਘਟਾਓ 3 ਗੁਣਾ ਘਟਾਓ 3 ਤਾਂ ਇਹਦਾ ਜਿਹੜਾ ਵਰਗ ਆ ਉਹ ਹਮੇਸ਼ਾ ਧਨਾਤਮਕ ਹੋਏਗਾ ਠੀਕ ਹੈ ਨਾ। ਦੇਖੋ ਆ ਮਾਈਨਸ ਆ ਵੀ ਮਾਈਨਸ ਘਟਾਓ ਦੇ ਨਾਲ ਘਟਾਓ ਨੂੰ ਕੈਂਸਲ ਹੋ ਗਿਆ ਤਾਂ ਆਪਣੇ ਕੋਲ 9 ਆ ਗਿਆ। ਇਸ ਤਰ੍ਹਾਂ ਹੀ ਘਟਾਓ 5 ਦਾ ਵਰਗ ਹੈ
हाँ घटाओ 5 गुणा घटाओ 5 आ घटाओ ते घटाओ कैंसल हो गए 5 5 25 तो हमेशा धनात्मक होवेगा। दूजा जिहड़ा हैगा आ एक लास्ट जिहड़ा अपने कोल रह गया इहदा जिहड़ा गुण है वो देखो गुण नंबर 12 उचित भिन्न का वर्ग हमेशा दत्ती भिन्न तो घट होवेगा। आ अपने कोल उचित भिन्न है 2/3 ठीक है ना। इनू आपां किवें करांगे 2 का वर्ग कर लांगे 3 का वर्ग कितना आ गया 4/9 आ गया 4/9 हमेशा ये नालों छोटा होगा ठीक है। ये तुसीं ध्यान च रखना। अगला एक होर है बच्चों बस ये थोड़ा जिहा तुसीं देख लो पाइथागोरियन त्रिगुट जां त्रिकोणी ये की हुंदी आ एक समकोणी त्रिभुज आ समकोणी त्रिभुज आ 90 डिग्री का कोण है ठीक है। एक किसी समकोणी त्रिभुज विच कर्ण दा वर्ग बाकी दो भुजावां दे वर्ग दे जोड़ दे बराबर हुंदा है। आ सब तो वड्डी जिहड़ी भुजा है ये अपने कोल कर्ण है ठीक है। आ ते आ भुजा ये जिहड़ा कर्ण है आ वाली भुजा ते आ दो भुजावां रह गईयां ना इन्हां दे जोड़ दे बराबर है तां वो पाइथागोरियन त्रिगुट होवेगा। जे इन्हां दे जोड़ दे बराबर नहीं होवेगा तो पाइथागोरियन त्रिगुट नहीं होगा ठीक है। आओ आपां एग्जाम्पल एक लै लैंदे आ। देखो बच्चों इहदे विच आपां ने एग्जाम्पल है जिहड़ी ओह लई आ ध्यान दिओ 2 3 5 आपां ये दसना है भी पाइथागोरियन त्रिगुट है जां नहीं। पहला तो देखो वड्डी संख्या किहड़ी आ 5 आ ये वड्डी संख्या की हुंदा है कर्ण हुंदा है तां कर्ण दी घात यानी कर्ण का वर्ग बराबर है कर्ण की घात 2 आ गई ना कर्ण का वर्ग बराबर है कितना आ गया 5 का वर्ग 2 5 का वर्ग कितना आ गया 5 5 25। ऐसे तरह ही दूजिया का वर्ग देख लो 2 का वर्ग कितना हुंदा 4 3 का वर्ग हुंदा 9 4 ते 9 नूं आपां जोड़ीए तो 13 आ गया 13 जिहड़ा इहदे 25 के बराबर नहीं हैगा इट मीनस ये पाइथागोरियन त्रिगुट नहीं है ठीक है बच्चों। एक एग्जाम्पल आपां होर लै लैंदे आ। हाँ मान लो अपने कोल कोई त्रिगुट है 3 4 ते 5 का हुण इह च वड्डी संख्या किहड़ी आ 5 वड्डी संख्या आ इहनूं आपां की मनना कर्ण तां कर्ण दा वर्ग कितना हो गया 5 का वर्ग 25 हो गया तां इहदा वर्ग कितना हो गया 3 का वर्ग 9 ते 4 का वर्ग कितना हो गया 16। यही क्या ना जिहड़ा कर्ण का वर्ग है इन्हां दो दे वर्ग दे जोड़ दे बराबर होगा ठीक है ना तो पाइथागोरियन त्रिगुट होवेगा। तो आप देखो 25 कढ़ लिया 5 का वर्ग 5 की है अपने को कर्ण ठीक है बाकी दो 3 का वर्ग तो 4 का वर्ग आ 9 ते 16 आ गया 9 ते 16 नूं आपां जोड़ीए अपने को कितना आ गया 25 ठीक है। तो आ कर्ण का वर्ग है जिहड़ा आ दो भुजावां दे वर्ग दे जोड़ दे बराबर आ गया। ਇਹਦਾ मतलब की होया कि ये पाइथागोरियन त्रिगुट है ठीक है ना ये पाइथागोरियन त्रिगुट है। एक चीज़ होर बच्चों ये थोड़ा जिहा तुसीं वैसे नोट करके रख लिओ कि पाइथागोरियन त्रिगुट है जिहड़े वो हमेशा 2n n की घात 2 घटाओ 1 ते n की घात 2 जमा 1 इस दे रूप विच होणगे ठीक है। तो इस तरीके नाल आपां पाइथागोरियन त्रिगुट बना सकते हैं। परंतु एक गल होर भी ध्यान च रहे तुहाडे कि इस तरीके दे नाल असीं सारे पाइथागोरियन त्रिगुट नहीं प्राप्त कर सकते ठीक है बच्चों। तो नैक्सट आपां करांगे 5.1 अभ्यास दे प्रश्नां नूं हल।